कतक कर्म कमावने दोष ना काहू जोग, परमेश्वर ते भुलिया व्यापन सभे रोग। इस महीने अंदर धन श्री गुरु अर्जन देव महाराज जी ने कर्मां दी गल कीती है, कर्मा रूपी बीज की गल कीती है। सानू समझाउणा कीता है, भाई जिस तरह दे भी तू बीज बीजेगा उस तरह का ही भाई तेन फल प्राप्त होवेगा। चंगे कर्म कर, चंगे फल की तेन प्राप्ति होवेगी। जेकर तू माड़े बीज बीजेगा, माड़े कर्म करेगा, फल भी तेन माड़ा ही प्राप्त होवेगा। गल ये समझण वाली है। सतगुरु जी ने सानू स्वतंत्र रखे है, भाई जिस तरह के मर्जी कर्म कर, चंगे कर माड़े कर। पर गुरु साहब ने गल समझा दी है भी याद रखी, ये जिहड़े तू कर्म कर रहे हैं, चंगे कर रहे हैं, माड़े कर रहे हैं, ये तू मानो बीज बीज रहे हैं। जे माड़ा बीज बीजेगा, माड़े कर्म करेगा, ਉਹਦਾ ਮਾੜਾ फल भी भाई तू ही खाएगा। कोई परिवार वाला ਉਹਦੇ ਵਿੱਚ तेरा भाईवाल नहीं होएगा। पर साध संगत जी, ਜਦੋਂ ਸਮਾਂ ਸੁਖਮਈ ਹੁੰਦਾ ਹੈ ਉਦੋਂ ਮਨੁੱਖ ਕਈ ਵਾਰ ਸੁੱਖ ਵਿੱਚ ਇੰਨਾ ਗਲਤਾਨ ਹੁੰਦਾ ਹੈ, ਸੁੱਖ ਦੇਣ ਵਾਲੇ ਮਾਲਕ ਨੂੰ ਭੁੱਲ ਬੈਂਦਾ ਹੈ। ਪਰ ਜਦੋਂ ਮਾੜੇ ਕਰਮਾਂ ਦਾ ਬੀਜ ਜਦੋਂ ਉਂਗਰਦਾ ਹੈ, ਜੀਵਨ ਵਿੱਚ ਦੁੱਖ ਬਣਦਾ ਹੈ, ਉਦੋਂ ਫਿਰ ਜਿਹੜਾ ਦੋਸ਼ ਹੈ ਮਨੁੱਖ ਕਈ ਵਾਰ ਦੂਜਿਆਂ ਦੇ ਸਿਰ ਤੇ ਮੁੜਦਾ ਹੈ। ਇੱਥੋਂ ਤੱਕ ਕਈ ਵਾਰ ਆਪਾਂ ਸੁਣਦੇ ਆ ਮਨੁੱਖ ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਉਲੰਭਾ ਦੇਣ ਲੱਗ ਪੈਂਦਾ ਹੈ ਵੀ ਪਤਾ ਨਹੀਂ ਪਰਮੇਸ਼ਰ ਸਾਡਾ ਇਮਤਿਹਾਨ ਕਿਉਂ ਲੈ ਰਿਹਾ ਹੈ, ਸਾਡੇ ਨਾਲ ਹੀ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ। ਸਾਧ ਸੰਗਤ ਜੀ ਗੱਲ ਧਿਆਨ ਰੱਖਿਓ, ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ, ਉਹ ਕਿਸੇ ਦਾ ਇਮਤਿਹਾਨ ਨਹੀਂ ਲੈਂਦਾ। ਇਹ ਸਾਡੇ ਆਪਣੇ ਬੀਜੇ ਹੋਏ ਬੀਜ ਨੇ। ਜਿਸ ਤਰ੍ਹਾਂ ਦੇ ਵੀ ਬੀਜਾਂਗੇ ਉਸ ਤਰ੍ਹਾਂ ਦਾ ਸਾਨੂੰ ਫਲ ਪ੍ਰਾਪਤ ਹੋਵੇਗਾ। ਬਚਨ ਆਪਾਂ ਪੜ੍ਹਦੇ ਹਾਂ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਹੋ ਜਾ। ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਕਿਉਂਕਿ ਬਚਨ ਹੁੰਦਾ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬੜੇ ਸਪਸ਼ਟ ਸ਼ਬਦਾਂ 'ਚ ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ ਵੀ ਜਿਸ ਤਰ੍ਹਾਂ ਦੇ ਬੀਜ ਬੀਜੇ ਨੇ ਫਲ ਉਸ ਤਰ੍ਹਾਂ ਦਾ ਹੀ ਤੈਨੂੰ ਭਾਈ ਪ੍ਰਾਪਤ ਹੋਵੇਗਾ। ਤੂੰ ਆਪਣੇ ਕਰਮਾਂ ਦਾ ਦੋਸ਼ੀ ਕਿਸੇ ਹੋਰ ਨੂੰ ਨਹੀਂ ਠਹਿਰਾ ਸਕਦਾ। ਮਨੁੱਖ ਨੂੰ ਪਤਾ ਹੈ, ਸਮਝ ਹੈ ਵੀ ਮਾੜੇ ਕਰਮ ਕਰਾਂਗਾ ਤੇ ਫਲ ਮਾੜਾ ਹੀ ਪ੍ਰਾਪਤ ਹੋਵੇਗਾ। ਪਰ ਜਾਣਦਿਆਂ ਹੋਇਆਂ ਵੀ ਮਨੁੱਖ ਕਈ ਵਾਰ ਮਾੜੇ ਕਰਮ ਕਰਦਾ ਹੈ। ਬਚਨ ਹੁੰਦਾ ਹੈ ਭਗਤ ਕਬੀਰ ਜੀ ਦਾ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੁਏ ਪਰੈ। ਸਭ ਕੁਝ ਪਤਾ ਹੈ। ਇਹ ਤਾਂ ਉਹ ਗੱਲ ਹੈ ਵੀ ਮਨੁੱਖ ਦੇ ਹੱਥ ਤੇ ਦੀਵਾ ਜਗ ਰਿਹਾ ਹੋਵੇ, ਉਹਨਾਂ ਸਮਿਆਂ ਵਿੱਚ ਦੀਵੇ ਨਾਲ ਹੀ ਜੋ ਚਾਨਣ ਸੀ, ਪ੍ਰਕਾਸ਼ ਸੀ, ਉਹ ਕੀਤਾ ਜਾਂਦਾ ਸੀ। ਹਨੇਰੇ ਵਿੱਚ ਕੋਈ ਮਨੁੱਖ ਖੂਹ ਵਿੱਚ ਡਿੱਗ ਜੇ ਨਹੀਂ ਦਿਸਿਆ ਤੇ ਗੱਲ ਸਮਝ ਆਉਂਦੀ ਹੈ, ਪਰ ਜਿਹਦੇ ਕੋਲ ਦੀਵਾ ਜਗ ਰਿਹਾ ਹੈ, ਹਾਥ ਦੀਪ ਕੁਏ ਪਰੈ, ਜਿਹਦੇ ਹਥੇਲੀ ਤੇ ਦੀਵਾ ਹੈ, ਉਹਨੂੰ ਦਿਸ ਰਿਹਾ ਹੈ, ਉਹ ਫਿਰ ਖੂਹ ਵਿੱਚ ਡਿੱਗਦਾ ਹੈ। ਫਿਰ ਭਗਤ ਕਬੀਰ ਜੀ ਆਖਦੇ ਨੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੁਏ ਪਰੈ। ਉਹ ਹੈ ਜਾਣ ਬੁੱਝ ਕੇ ਡਿੱਗਣਾ। ਸਮਝ ਹੈ ਵੀ ਮਾੜੇ ਕਰਮਾਂ ਦਾ ਫਲ ਮਾੜਾ ਹੀ ਹੈ, ਚੰਗੇ ਬੀਜ ਬੀਜਾਂਗੇ ਫਲ ਚੰਗਾ ਮਿਲਣਾ ਹੈ। ਪਰ ਜੇ ਸਭ ਕੁਝ ਜਾਣਦਿਆਂ ਹੋਏ ਵੀ ਮਨੁੱਖ ਪਰਵਾਹ ਨਾ ਕਰੇ, ਮਾੜੇ ਬੀਜ ਬੀਜੇ ਤੇ ਜੀਵਨ ਵਿੱਚ ਕਿਤੇ ਦੁੱਖ ਆ ਜੇ, ਤੇ ਫਿਰ ਕਿਸੇ ਦੂਜੇ ਨੂੰ ਦੋਸ਼ੀ ਨਹੀਂ ਭਾਈ ਤੂੰ ਠਹਿਰਾ ਸਕਦਾ। ਤੂੰ ਮਾੜੇ ਕਰਮ ਕਰਦਾ ਹੀ ਕਿਉਂ ਹੈ, ਜਦੋਂ ਤੈਨੂੰ ਪਤਾ ਹੈ ਵੀ ਮਾੜੇ ਕਰਮਾਂ ਦਾ ਜਿਹੜਾ ਫਲ ਹੈ ਉਹ ਭਾਈ ਮੈਨੂੰ ਵੀ ਖਾਣਾ ਪੀਣਾ ਹੈ। ਜਿਹਾ ਬੀਜੈ ਸੋ ਲੂਣੈ, ਕਰਮਾ ਸੰਦੜਾ ਖੇਤ। ਇੱਕ ਹੋਰ ਬਚਨ ਹੁੰਦਾ, ਜਿਤ ਕੀਤਾ ਪਾਈਐ ਆਪਣਾ ਸਾ ਘਾਲ, ਬੁਰੀ ਕਿਉਂ ਘਾਲੀ ਹੈ। ਜਦੋਂ ਪਤਾ ਹੀ ਆਪਣਾ ਕੀਤਾ ਆਪ ਹੀ ਪ੍ਰਾਪਤ ਹੋਣਾ ਹੈ, ਉਹ ਫਲ ਆਪ ਹੀ ਖਾਣਾ ਹੈ। ਜਿਤ ਕੀਤਾ ਪਾਈਏ ਆਪਣਾ ਸਾ ਘਾਲ, ਬੁਰੀ ਕਿਉਂ ਘਾਲੀ ਹੈ। ਕਹਿੰਦੇ ਫਿਰ ਭਾਈ ਤੂੰ ਮਾੜੇ ਕਰਮ ਕਿਉਂ ਕਰਦਾ ਹੈ। ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਓ, ਜ਼ਮੀਨ ਦੇ ਅੰਦਰ ਜੇਕਰ ਘਾਹ ਵੀ ਉਗਦਾ ਹੈ ਨਾ,
ਉਹ ਵੀ ਜ਼ਮੀਨ ਦੇ ਅੰਦਰ ਕਿਤੇ ਬੀਜ ਡਿੱਗਿਆ ਸੀ ਤੇ ਮੀਂਹ ਪਿਆ ਤੇ ਘਾਹ ਉੱਗ ਗਿਆ। ਤੇ ਬਿਨਾਂ ਬੀਜਾਂ ਤੋਂ ਜਿਹੜੇ ਦੁੱਖ ਸੁੱਖ ਸਾਨੂੰ ਪ੍ਰਾਪਤ ਹੁੰਦੇ ਨੇ, ਇਹ ਸੰਭਵ ਨਹੀਂ। ਇਹ ਸਾਡੇ ਕੀਤੇ ਹੋਏ ਆਪਣੇ ਕਰਮ ਨੇ। ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਾਡਾ ਜੀਵਨ ਚੱਲਦਾ ਹੈ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਧ ਸੰਗਤ ਜੀ, ਗੱਲ ਬੜੀ ਧਿਆਨ ਦੇਣ ਵਾਲੀ ਹੈ। ਜਿਵੇਂ ਅਸੀਂ ਵਾਹਿਗੁਰੂ ਨੂੰ ਭੁੱਲ ਬੈਠਦੇ ਹਾਂ, ਵਾਹਿਗੁਰੂ ਤੋਂ ਸਾਡੀ ਦੂਰੀ ਬਣਦੀ ਹੈ। ਪਰਮੇਸ਼ਰ ਤੇ ਭੁੱਲਿਆ, ਬਸ ਫਿਰ ਜੀਵਨ ਜਿਹੜਾ ਦੁੱਖਾਂ ਕਲੇਸ਼ਾਂ ਰੋਗਾਂ ਨਾਲ ਘਿਰ ਜਾਂਦਾ ਹੈ। ਜਿਹੜੇ ਦੁੱਖ ਰੋਗ ਕਲੇਸ਼ ਮਾਨੋ ਸਾਡੇ ਜ਼ਿੰਦਗੀ ਦੇ ਦਰਵਾਜ਼ੇ ਤੇ ਖੜੇ ਨੇ। ਪਰਮੇਸ਼ਰ ਨੂੰ ਭੁੱਲਣਾ, ਇਹਨਾਂ ਨੂੰ ਆਵਾਜ਼ ਮਾਰਨੀ ਹੈ। ਵਾਹਿਗੁਰੂ ਨੂੰ ਭੁੱਲ ਗਏ ਤੇ ਜੀਵਨ ਫਿਰ ਦੁੱਖਮਈ ਬਣ ਜਾਂਦਾ ਹੈ। ਫਿਰ ਮਨੁੱਖ ਦੁੱਖ ਝੱਲਦਾ ਹੈ, ਦੁਖੀ ਹੁੰਦਾ ਹੈ। ਤੇ ਦੂਜਾ ਪਹਿਲੂ ਇਹ ਵੀ ਹੈ, ਜੇ ਵਾਹਿਗੁਰੂ ਦੀ ਸ਼ਰਨ ਵਿੱਚ ਰਹਿ ਕੇ ਮਾਲਕ ਨੂੰ ਯਾਦ ਕਰਦੇ ਹਾਂ, ਮਾਲਕ ਸਾਨੂੰ ਨਹੀਂ ਭੁੱਲਿਆ, ਫਿਰ ਜੀਵਨ ਸੁਖਮਈ ਬਣਿਆ ਰਹਿੰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਜਿਹੜਾ ਚਾਹੁੰਦਾ ਹੈ ਨਾ ਜੀਵਨ ਵਿੱਚ ਸਦਾ ਹੀ ਸੁਖ ਬਣਿਆ ਰਹੇ, ਦੁੱਖਾਂ ਰੋਗਾਂ ਕਲੇਸ਼ਾਂ ਤੋਂ ਮੈਂ ਭਾਈ ਬਚਿਆ ਰਵਾਂ, ਫਿਰ ਕਹਿੰਦੇ ਵਾਹਿਗੁਰੂ ਦੀ ਸ਼ਰਨ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪ, ਪਰਮੇਸ਼ਰ ਦੀ ਇਬਾਦਤ ਕਰ, ਉਹਦਾ ਚਿੰਤਨ ਕਰ, ਫਿਰ ਭਾਈ ਜੀਵਨ ਤੇਰਾ ਸੁਖਮਈ ਹੈ। ਜੇਕਰ ਤੂੰ ਪਰਮੇਸ਼ਰ ਨੂੰ ਭੁੱਲੇਗਾ, ਪਰਮੇਸ਼ਰ ਤੇਰੀ ਦੂਰੀ ਬਣੇਗੀ। ਪਰਮੇਸ਼ਰ ਦੀ ਯਾਦ ਤੋਂ ਖੁੰਝਿਆ ਦੁਨੀਆ ਦੇ ਸਾਰੇ ਦੁੱਖ ਕਲੇਸ਼ ਫਿਰ ਮਨੁੱਖ ਦੇ ਜੀਵਨ ਤੇ ਜ਼ੋਰ ਪਾ ਲੈਂਦੇ ਨੇ। ਮਨੁੱਖ ਦੁੱਖਾਂ ਰੋਗਾਂ ਨਾਲ ਘਿਰ ਜਾਂਦਾ ਹੈ। ਫਿਰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ, ਕਿਉਂਕਿ ਕਰਮ ਆਪ ਕੀਤਾ, ਪਰਮੇਸ਼ਰ ਨੂੰ ਭੁੱਲਿਆ ਤੇ ਦੁੱਖ ਰੋਗ ਵੀ ਫਿਰ ਭਾਈ ਭੁਗਤਣੇ ਪੈਣੇ ਨੇ। ਅੱਗੇ ਸਾਨੂੰ ਸਮਝਾਉਣਾ ਕੀਤਾ, ਵੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ। ਵਿਜੋਗ ਤੋਂ ਭਾਵ ਹੈ ਜਨਮਾਂ ਦੇ ਵਿਛੋੜੇ, ਲੰਬੇ ਵਿਛੋੜੇ, ਜਨਮਾਂ ਦੇ ਵਿਛੋੜੇ। ਜਿਨ੍ਹਾਂ ਨੇ ਇਸ ਜਨਮ ਵਿੱਚ ਮਨੁੱਖਾ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ, ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜਿਆ, ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਨੇ, ਦੂਰੀ ਬਣ ਜਾਂਦੀ ਹੈ। ਤੇ ਪਰਮੇਸ਼ਰ ਤੋਂ ਭੁੱਲ ਕੇ, ਪਰਮੇਸ਼ਰ ਨੂੰ ਭੁਲਾ ਕੇ ਫਿਰ ਮਨੁੱਖ ਦੁੱਖਾਂ ਰੋਗਾਂ ਨੂੰ ਆਪ ਆਪਣੇ ਜੀਵਨ ਅੰਦਰ ਸਹਿੜ ਲੈਂਦਾ ਹੈ, ਦੁਖੀ ਹੁੰਦਾ ਹੈ, ਖੱਜਲ ਖੁਆਰ ਹੁੰਦਾ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਹੀ ਹੈ ਜੋ ਸਾਨੂੰ ਦੁੱਖਾਂ ਰੋਗਾਂ ਤੋਂ ਬਚਾਉਂਦਾ ਹੈ। ਬਚਨ ਆਪਾਂ ਪੜ੍ਹਦੇ ਹਾਂ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਪਰਮੇਸ਼ਰ ਦਾ ਨਾਮ ਹੀ ਜੇ ਜਪਾਂਗੇ, ਤੱਤੀ ਵਾਰ ਨਹੀਂ ਮਨੁੱਖ ਨੂੰ ਲੱਗਦੀ। ਪਰਮੇਸ਼ਰ ਤੱਤੀ ਵਾਰ ਨਹੀਂ ਲੱਗਣ ਦਿੰਦਾ। ਵਿੱਚ ਕਰਤਾ ਪੁਰਖ ਖਲੋਇਆ, ਵਾਲ ਨਾ ਵਿੰਗਾ ਹੋਇਆ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਣਾਈ। ਚੋ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। RAM ਨਾਮ ਔਖਦ ਦੀਆ ਏਕਾ ਲਿਵ ਲਾਈ। ਰਾਖ ਲਿਏ ਤਿਨ ਰੱਖਣ ਹਾਰ ਸਭ ਵਿਆਦ ਮਟਾਈ। ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ। ਪਰਮੇਸ਼ਰ ਦੀ ਯਾਦ ਹੈ ਇਸ ਹਿਰਦੇ ਦੇ ਅੰਦਰ, ਤਾਂ ਜੀਵਨ ਸੁਖਮਈ ਹੈ। ਜਿੱਥੇ ਯਾਦ ਹੈ ਉੱਥੇ ਸੁੱਖ ਹੈ, ਜਿੱਥੇ ਵਿਛੋੜਾ ਹੈ ਉੱਥੇ ਫਿਰ ਦੁੱਖ ਹੀ ਦੁੱਖ ਹੈ। ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਖਿਨਮੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਜਿਹੜੀਆਂ ਮਾਇਆ ਦੀਆਂ ਮੋਜਾਂ ਦੀ ਖਾਤਰ ਤੂੰ ਪਰਮੇਸ਼ਰ ਨੂੰ ਭੁਲਾ ਦਿੱਤਾ ਸੀ, ਵਾਹਿਗੁਰੂ ਨਾਲੋਂ ਤੂੰ ਦੂਰੀ ਬਣਾਈ ਸੀ, ਉਹ ਵੀ ਕਹਿੰਦੇ ਇੱਕ ਪਲ ਵਿੱਚ ਭਾਈ ਦੁਖਦਾਈ ਹੋ ਜਾਂਦੀਆਂ ਨੇ। ਜਿਨ੍ਹਾਂ ਪਦਾਰਥਾਂ ਨੂੰ ਇਕੱਠਾ ਕਰਨ ਵਿੱਚ ਮਨੁੱਖ ਦਾ ਸਾਰਾ ਜੀਵਨ ਲੱਗ ਜਾਂਦਾ ਹੈ, ਯਾਦ ਰੱਖਿਓ ਇੱਕ ਪਲ ਵਿੱਚ ਇਹ ਪਦਾਰਥ ਬੇਗਾਨੇ ਹੋ ਜਾਂਦੇ ਨੇ। ਸਵਾਸ ਨਿਕਲਣ ਦੀ ਦੇਰ ਹੈ, ਸਭ ਕੁਝ ਪਰਾਇਆ ਹੋ ਜਾਂਦਾ ਹੈ, ਇਹਨਾਂ ਦਾ ਮਾਲਕ ਦੂਜਾ ਬਣ ਜਾਂਦਾ ਹੈ। ਜਿਨ੍ਹਾਂ ਪਦਾਰਥਾਂ ਕਰਕੇ, ਜਿਨ੍ਹਾਂ ਦੁਨਿਆਵੀ ਐਸਾਂ ਭੋਗਾਂ ਕਰਕੇ ਤੂੰ ਵਾਹਿਗੁਰੂ ਤੋਂ ਵਿਮੁਖ ਹੋਇਆ ਸੀ, ਇਹ ਜਿਹੜੇ ਪਦਾਰਥ ਨੇ ਇੱਕ ਪਲ ਵਿੱਚ ਭਾਈ ਇਹਨਾਂ ਨੇ ਤੇਰਾ ਸਾਥ ਛੱਡ ਦੇਣਾ ਹੈ। ਕਿਉਂਕਿ ਤੂੰ ਵਾਹਿਗੁਰੂ ਕੋਲ ਜਦੋਂ ਤੂੰ ਜਾਣਾ ਹੈ, ਉਦੋਂ ਭਾਈ ਇਹ ਦੁਨਿਆਵੀ ਪਦਾਰਥਾਂ ਤੇਰੇ ਨਾਲ ਨਹੀਂ ਜਾਣਾ। ਤੇਰਾ ਜਪਿਆ ਹੋਇਆ ਨਾਮ,
ਤੇਰੀ ਕੀਤੀ ਹੋਈ ਸੇਵਾ, ਕੀਤੀ ਹੋਈ ਸੰਗਤ, ਇਹ ਭਾਈ ਤੂੰ ਫਲ ਲੈ ਕੇ ਨਾਲ ਜਾਵੇਂਗਾ। ਅੱਗੇ ਕਿਰਪਾ ਕਰ ਰਹੇ ਨੇ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼, ਵਿੱਚ ਤੋਂ ਭਾਵ ਵਿਚੋਲਾਪਨ। ਉਹ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿਤ ਰੋਣ ਦਾ ਕੋਈ ਲਾਭ ਨਹੀਂ ਹੁੰਦਾ ਜਦੋਂ ਵਿਛੋੜਾ ਬਣ ਜੇ, ਜਦੋਂ ਵਿਛੋੜੇ ਦੇ ਦੁੱਖ ਜੀਵਨ ਅੰਦਰ ਆ ਜਾਣ। ਤੇ ਜਿੰਨੇ ਮਰਜ਼ੀ ਕਿਸ ਨੂੰ ਜਾ ਕੇ ਦੁੱਖ ਦੱਸੀਏ, ਕੋਈ ਦੁੱਖ ਦੂਰ ਕਰਨ ਵਾਲਾ ਨਹੀਂ, ਕਿਉਂਕਿ ਦੁੱਖ ਤਾਂ ਹੈ ਵਿਛੋੜਾ ਹੈ। ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਨ ਨਹੀਂ ਕਰ ਸਕਦਾ, ਕੋਈ ਸਾਡਾ ਦੁੱਖ ਨਹੀਂ ਦੂਰ ਕਰ ਸਕਦਾ। ਦੁੱਖ ਦੂਰ ਉਦੋਂ ਹੋਵੇਗਾ ਜਦੋਂ ਵਾਹਿਗੁਰੂ ਨਾਲ ਸਾਡੀ ਸਾਂਝ ਬਣੇਗੀ, ਕਿਉਂਕਿ ਦੁੱਖ ਵਿਛੋੜੇ ਕਾਰਨ ਹੈ। ਜਦੋਂ ਵਿਛੋੜਾ ਮੁੱਕੇਗਾ, ਗੁਰੂ ਦੇ ਚਰਨਾਂ ਨਾਲ ਭਾਈ ਤੂੰ ਜੁੜੇਗਾ, ਅਭੇਦ ਹੋਵੇਗਾ, ਵਾਹਿਗੁਰੂ ਦਾ ਨਾਮ ਜਪੇਗਾ, ਫਿਰ ਭਾਈ ਤੂੰ ਦੁੱਖਾਂ ਤੋਂ ਬਚ ਸਕਦਾ ਹੈ। ਅੱਗੇ ਕਿਰਪਾ ਕਰ ਰਹੇ ਨੇ, ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਸਤਿਗੁਰੂ ਜੀ ਨੇ ਬੜੀ ਕੀਮਤੀ ਗੱਲ ਸਮਝਾਈ ਹੈ। ਵਿਛੋੜੇ ਦੇ ਦੁੱਖ ਦੇ ਕਾਰਨ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ। ਫਿਰ ਪਿਛਲੇ ਕੀਤੇ ਕਰਮ ਅਨੁਸਾਰ ਤੁਰਹੀ ਲੇਖ ਜੋ ਲਿਖਾ ਕੇ ਆਇਆ, ਉਹਦੀ ਵਿਦ ਆ ਬਣਦੀ ਹੈ। ਸਾਧ ਸੰਗਤ ਜੀ ਗੱਲ ਸਮਝਣ ਵਾਲੀ ਹੈ। ਕੀਤਾ ਕੁਛ ਨਾ ਹੋਵੇ ਲਿਖਿਆ ਧੁਰ ਸੰਜੋਗ। ਜੇ ਵਾਹਿਗੁਰੂ ਤੁਸੀਂ ਨਾਮ ਜਪ ਰਹੇ ਆ, ਵਾਹਿਗੁਰੂ ਨਾਲ ਸਾਡੀ ਸਾਂਝ ਹੈ, ਇਹ ਮਨੋਂ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਚੰਗੇ ਬੀਜ ਬੀਜੇ ਨੇ ਤੇ ਸਾਨੂੰ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਸੀਂ ਵਾਹਿਗੁਰੂ ਦਾ ਨਾਮ ਵੀ ਜਪ ਰਹੇ ਹਾਂ, ਉਸ ਵਾਹਿਗੁਰੂ ਦੀ ਕਿਰਪਾ ਨਾਲ ਜਪ ਰਹੇ ਹਾਂ। ਉਹਦੀ ਸਾਡੇ ਤੇ ਕਿਰਪਾ ਹੈ, ਰਹਿਮਤ ਹੈ, ਉਹ ਸਾਡੇ ਤੋਂ ਨਾਮ ਜਪਵਾ ਰਿਹਾ ਹੈ। ਉਹਦੀ ਕਿਰਪਾ ਹੈ, ਉਹਦੀ ਬਖਸ਼ਿਸ਼ ਹੈ। ਉਹਦੀ ਕਿਰਪਾ ਤੋਂ ਬਗੈਰ ਆਪਾਂ ਨਾਮ ਨਹੀਂ ਜਪ ਸਕਦੇ। ਜੋ ਸਾਨੂੰ ਮਿਲਿਆ, ਜੋ ਵੀ ਸਾਨੂੰ ਪ੍ਰਾਪਤ ਹੋਇਆ, ਉਹ ਸਾਡੇ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਹੈ। ਭਾਵੇਂ ਦੁੱਖ ਹੈ, ਭਾਵੇਂ ਸੁੱਖ ਹੈ, ਭਾਵੇਂ ਦੁਨਿਆਵੀ ਪਦਾਰਥਾਂ ਦੀ ਗੱਲ ਕਰ ਲਈਏ, ਧਨ ਦੌਲਤ ਦੀ ਗੱਲ ਕਰ ਲਈਏ, ਪਰਿਵਾਰ ਦੀ ਗੱਲ ਕਰ ਲਈਏ, ਇਹ ਸਭ ਸਾਡੇ ਲਿਖੇ ਹੋਏ ਪੁਰਬ ਲੇਖਾਂ ਦੇ ਅਨੁਸਾਰ ਹੀ ਸਭ ਕੁਝ ਹੈ। ਪਰਿਵਾਰ ਵੀ ਬਣਦਾ ਹੈ, ਉਹ ਵੀ ਪੁਰਬ ਲੇਖਾਂ ਕਰਕੇ। ਬਚਨ ਆਪਾਂ ਪੜ੍ਹਦੇ ਹਾਂ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਪੁਰਬਲੇ ਜਨਮਾਂ ਕਰ ਦੇ ਜਿਹੜੇ ਕਰਮ ਨੇ, ਉਹਨਾਂ ਕਰਕੇ ਸਾਡਾ ਪਰਿਵਾਰ ਬਣਦਾ ਹੈ। ਪਰ ਗੁਰੂ ਸਾਹਿਬ ਆਖਦੇ ਨੇ, ਯਾਦ ਰੱਖੀ ਸਾਥ ਕਿਸੇ ਨੇ ਨਹੀਂ ਦੇਣਾ, ਕੇਵਲ ਪਰਮੇਸ਼ਰ ਦੇ ਨਾਮ ਨੇ ਤੇਰੇ ਸਾਥ ਨਿਭਣਾ। ਬੜ ਭਾਗੇ ਮੇਰਾ ਪ੍ਰਭ ਮਿਲਿਆ ਤਾਂ ਉਤਰਿਆ ਸਭ ਵਿਯੋਗ। ਹਾਂ, ਗੁਰੂ ਸਾਹਿਬ ਆਖਦੇ ਨੇ ਵੀ ਜਿਹੜਾ ਵਿਛੋੜਾ ਬਣਿਆ ਨਾ, ਜਿਸ ਵਿਛੋੜੇ ਕਾਰਨ ਭਾਈ ਤੂੰ ਦੁਖੀ ਹੈ, ਜੀਵ ਦੁਖੀ ਹੋ ਕੇ ਥਾਂ ਥਾਂ ਆਪਣਾ ਦੁੱਖ ਦੱਸਦਾ ਹੈ। ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਦੁਖੀ ਜੀਵ ਦੀ ਆਪਣੀ ਜਦੋਂ ਪੇਸ਼ ਨਹੀਂ ਜਾਂਦੀ, ਆਪਣੇ ਕੀਤੇ ਹੋਏ ਕਰਮਾਂ ਕਰਕੇ ਜਦੋਂ ਵਿਛੋੜਾ ਬਣ ਜਾਂਦਾ ਹੈ, ਇਹ ਦੁੱਖ ਤਾਂ ਮਿਟਦਾ ਹੈ। ਹਾਂ, ਜਦੋਂ ਚੰਗੇ ਭਾਗਾਂ ਕਰਕੇ, ਵੱਡੇ ਭਾਗਾਂ ਕਰਕੇ ਵਾਹਿਗੁਰੂ ਆਪ ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਇਆ ਸਾਰਾ ਦੁੱਖ ਮਿਟ ਜਾਂਦਾ ਹੈ। ਵਿਛੋੜੇ ਤੋਂ ਬਣੇ ਜਿਹੜੇ ਦੁੱਖ ਨੇ, ਉਹਨਾਂ ਤੋਂ ਛੁਟਕਾਰਾ ਮਿਲਦਾ ਹੈ ਜਦੋਂ ਪ੍ਰਭੂ ਆਪ ਮਿਲੇ, ਆਪ ਆਪਣੇ ਚਰਨਾਂ ਨਾਲ ਜੋੜੇ। ਨਾਨਕ ਕੋ ਪ੍ਰਭੂ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਤੋਂ ਭਾਵ ਹੈ ਕੈਦ ਤੋਂ ਛੁਡਾਉਣ ਵਾਲਾ, ਬੰਧਨਾਂ ਤੋਂ ਮੁਕਤ ਕਰਾਉਣ ਵਾਲਾ। ਗੁਰੂ ਸਾਹਿਬ ਨੇ ਇੱਥੇ ਸਮਝਾਇਆ ਹੈ। ਨਾਨਕ ਦੀ ਤਾਂ ਇਹੀ ਬੇਨਤੀ ਹੈ। ਗੁਰੂ ਸਾਹਿਬ ਆਖਦੇ ਨੇ, ਹੇ ਮਾਇਆ ਦੇ ਬੰਧਨਾਂ ਤੋਂ ਛਡਾਉਣ ਵਾਲੇ ਪ੍ਰਭੂ ਮੇਰੇ ਮਾਲਕ। ਆਪਣੇ ਆਪ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਆਖਦੇ ਨੇ, ਮੈਂ ਨਾਨਕ ਨੂੰ ਵੀ ਮਾਇਆ ਦੇ ਮੋਹ ਤੋਂ ਬਚਾ ਲੈ। ਉਹ ਤਾਂ ਪਰਮੇਸ਼ਰ ਰੂਪ ਸਨ। ਭਾਈ ਗੁਰਦਾਸ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ। ਕਿਉਂਕਿ ਜੋਤ ਇੱਕੋ ਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਆਪ ਪਰਮੇਸ਼ਰ ਦਾ ਰੂਪ ਸਨ, ਪਰ ਉਹ ਫਿਰ ਵੀ ਸਾਨੂੰ ਕਲਯੁਗੀ ਜੀਵਨ ਨੂੰ ਸਮਝਾਉਂਦੇ ਹੋਏ ਸਾਨੂੰ ਅਰਦਾਸ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਕਿ ਉਸ ਮਾਲਕ ਅੱਗੇ ਅਰਦਾਸ ਕਰ। ਉਹ ਸੰਸਾਰਕ ਜਿਹੜੇ ਮੋਹ ਮਾਇਆ ਦੇ ਬੰਧਨ ਨੇ, ਉਹਨਾਂ ਮੋਹ ਮਾਇਆ ਦੇ ਬੰਧਨਾਂ ਨੂੰ ਕੱਟਣ ਵਾਲਾ ਹੈ, ਇਹਨਾਂ ਤੋਂ ਬਚਾਉਣ ਵਾਲਾ ਹੈ। ਉਹ ਬੰਦੀ ਮੋਚ ਹੈ। ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਸੋਚ ਤੋਂ ਭਾਵੇਂ ਤੇ ਫਿਕਰ ਹੈ।
ਵੀ ਕੱਤਕ ਦੀ ਰੁੱਤ ਬੜੀ ਸੁਹਾਵਣੀ ਹੈ। ਇਹ ਸੁਹਾਵਣੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ, ਜਿਨ੍ਹਾਂ ਦੇ ਗੁਰੂ ਨਾਲ ਸਾਂਝ ਬਣ ਗਈ ਹੈ, ਜਿਨ੍ਹਾਂ ਨੂੰ ਮਿਲਾਪ ਦੀ ਦਾਤ ਪ੍ਰਾਪਤ ਹੋ ਗਈ ਹੈ, ਉਹਨਾਂ ਦੇ ਵਿਛੋੜੇ ਵਾਲੇ ਸਾਰੇ ਦੁੱਖ ਮਿਟ ਜਾਂਦੇ ਨੇ, ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਨੇ। ਕੱਤਕ ਹੋਵੇ ਸਾਧ ਸੰਗ, ਬਿਨਸੇ ਸਭੇ ਸੋਚ। ਗੁਰੂ ਸਾਹਿਬ ਨੇ ਸੰਗਤ ਨੂੰ ਮਹਾਨਤਾ ਦਿੱਤੀ ਹੈ, ਪਰ ਗੱਲ ਸਮਝਣ ਵਾਲੀ ਹੈ, ਸੰਗਤ ਵੀ ਤਾਂ ਹੀ ਮਿਲਦੀ ਹੈ। ਵੱਡੇ ਭਾਗਾਂ ਕਰਕੇ ਬਚਨ ਪੜ੍ਹਦੇ ਆ, ਬਿਨ ਭਾਗਾਂ ਸਤਸੰਗ ਨਾ ਲੱਭੈ। ਬਿਨਾਂ ਭਾਗਾਂ ਕਰਕੇ, ਬਿਨ ਸੰਗਤ ਮੈਲ ਭਰੀਜੈ ਜੀਓ, ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਵੱਡੇ ਭਾਗ ਹੋਣ, ਗੁਰੂ ਸਾਹਿਬ ਦੀ ਕਿਰਪਾ ਹੋਵੇ, ਫਿਰ ਮਨੁੱਖ ਸੰਗਤ ਵਿੱਚ ਹੁੰਦਾ ਹੈ, ਗੁਰੂ ਕਿਰਪਾ ਸਦਕਾ ਨਾਮ ਜਪਦਾ ਹੈ। ਨਾਮ ਜਪ ਕੇ ਜਿਹੜਾ ਜਨਮਾਂ ਜਨਮਾਂ ਦਾ ਵਿਛੋੜਾ ਹੈ ਉਹਨੂੰ ਕੱਟ ਲੈਂਦਾ ਹੈ, ਤੇ ਜਦੋਂ ਵਾਹਿਗੁਰੂ ਨਾਲ ਸਾਂਝ ਬਣ ਜਾਂਦੀ ਹੈ, ਫਿਰ ਜੀਵਨ ਵਿੱਚ ਇੰਨੇ ਸੁੱਖ ਮਿਲਦੇ ਨੇ, ਜੀਵਨ ਵਿੱਚ ਇੰਨਾ ਆਨੰਦ ਬਣਦਾ ਹੈ, ਮਨੁੱਖ ਦੀ ਝੋਲੀ ਛੋਟੀ ਰਹਿ ਜਾਂਦੀ ਹੈ, ਸੁੱਖਾਂ ਦੀ ਗਿਣਤੀ ਨਹੀਂ ਕਰ ਸਕਦਾ। ਪਰ ਗੱਲ ਇਹ ਵੀ, ਜਦੋਂ ਫਿਰ ਵਿਛੋੜਾ ਬਣਦਾ ਹੈ, ਪਰਮੇਸ਼ਰ ਨਾਲੋਂ ਦੂਰ ਹੁੰਦਾ ਹੈ, ਫਿਰ ਦੁੱਖ ਵੀ ਜੀਵਨ ਵਿੱਚ ਇੰਨੇ ਆਉਂਦੇ ਨੇ, ਦੁੱਖਾਂ ਨੂੰ ਵੀ ਗਿਣਿਆ ਨਹੀਂ ਜਾ ਸਕਦਾ। ਸਾਧ ਸੰਗਤ ਜੀ, ਮੁੱਕਦੀ ਗੱਲ ਇਹ ਹੈ, ਇਹ ਗੁਰੂ ਨਾਲ ਸਾਂਝ ਹੈ, ਪਰਮੇਸ਼ਰ ਨਾਲ ਜੁੜੇ ਆ, ਬਾਣੀ ਪੜ੍ਹ ਰਹੇ ਆ, ਸੰਗਤ ਕਰ ਰਹੇ ਆ, ਤੇ ਜੀਵਨ ਵਿੱਚ ਆਨੰਦ ਹੈ, ਸੁੱਖ ਹੀ ਸੁੱਖ ਨੇ। ਇਹ ਦੂਰੀ ਬਣ ਗਈ ਦੁਨਿਆਵੀ ਪਦਾਰਥਾਂ ਕਰਕੇ, ਸੰਸਾਰਕ ਮੋਹ ਮਾਇਆ ਦੇ ਬੰਧਨਾਂ ਕਰਕੇ, ਫਿਰ ਮਨੁੱਖ ਸਭ ਕੁਝ ਹੁੰਦਿਆਂ ਹੋਇਆਂ ਵੀ ਆਤਮਿਕ ਆਨੰਦ ਨੂੰ ਨਹੀਂ ਮਾਣ ਸਕਦਾ, ਕਿਉਂਕਿ ਦੁਨਿਆਵੀ ਪਦਾਰਥਾਂ ਵਿੱਚੋਂ, ਦੁਨਿਆਵੀ ਜੋ ਧਨ ਦੌਲਤ ਆਪਾਂ ਇਕੱਠੀ ਕਰਨ ਲੱਗੇ ਹੋਏ ਆ, ਇਹਦੇ ਵਿੱਚ ਆਨੰਦ ਨਹੀਂ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਆਪਾਂ ਰੋਜ਼ ਪੜ੍ਹਦੇ ਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਗੁਰੂ ਨਾਲ ਜੁੜੇਗਾ, ਬਾਣੀ ਨਾਲ ਜੁੜੇਗਾ, ਤੇ ਆਤਮਿਕ ਆਨੰਦ ਦੀ ਪ੍ਰਾਪਤੀ ਹੈ। ਜਿਹੜੇ ਦੁਨਿਆਵੀ ਪਦਾਰਥਾਂ ਚ ਤੂੰ ਆਨੰਦ ਲੱਭਨੇ ਆ, ਇਹ ਭਾਈ ਆਨੰਦ, ਇਹ ਸੁੱਖ ਸਦਾ ਰਹਿਣ ਵਾਲੇ ਨਹੀਂ। ਸੋ ਅਰਦਾਸ ਕਰੀ ਵਾਹਿਗੁਰੂ ਅੱਗੇ, ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਸਾਡਾ ਸਭਨਾਂ ਦਾ ਸੁਖਮਈ ਆਨੰਦਮਈ ਬਾਣੀ ਪੜ੍ਹਦਿਆਂ ਦਾ ਬਤੀਤ ਹੋਵੇ, ਕਿਉਂਕਿ ਗੁਰਸਿੱਖ ਕੇਵਲ ਆਪਣੀ ਅਰਦਾਸ ਨਹੀਂ ਕਰਦਾ, ਆਪਣੀ ਅਰਦਾਸ ਕਰਦਾ ਸਰਬੱਤ ਦੇ ਭਲੇ ਦੀ ਵੀ ਅਰਦਾਸ ਨਾਲ ਹੀ ਕਰਦਾ। ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਭੁਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।